ਹੈਲੋ ਫਰੈਂਡਸ, ਅੱਜ ਆਪਾਂ ਡਿਸਕਸ ਕਰਾਂਗੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਬਾਰੇ, ਜਿਹਨੂੰ IPM ਬੋਲਿਆ ਜਾਂਦਾ ਹੈ ਔਰ IPC ਵੀ ਬੋਲਿਆ ਜਾਂਦਾ ਹੈ। ਇਟ ਮੀਨਸ ਇੰਟੀਗ੍ਰੇਟਿਡ ਪੈਸਟ ਕੰਟਰੋਲ। ਇਹ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੇ ਬਹੁਤ ਸਾਰੇ ਮੈਥਡਸ ਪੜ੍ਹੇ ਹੈ, ਜਿੰਦੇ ਵਿੱਚ ਆਪਾਂ ਕੀ ਕਰ ਦਿਆਂਗੇ, ਪੈਸਟ ਨੂੰ ਕੰਟਰੋਲ ਕਰ ਦਿਆਂਗੇ। ਨੈਚੁਰਲੀ ਵੀ ਕੰਟਰੋਲ ਕਰਦੇ ਹਾਂ ਔਰ ਕੈਮੀਕਲ ਯੂਜ਼ ਕਰਕੇ ਵੀ ਜਿਹੜੀ ਪੈਸਟ ਹੁੰਦੇ ਆ ਉਹਨੂੰ ਆਪਾਂ ਮਾਰ ਦਿੰਦੇ ਆਂਗੇ, ਠੀਕ ਹੈ। ਬਟ ਹੁਣ ਇਹ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ IPM ਬਾਰੇ। IPM ਦੀ ਦੇਖੋ ਡੈਫੀਨੇਸ਼ਨ ਕੀ ਹੁੰਦੀ ਹੈ। IPM ਏਮਸ ਟੂ ਸਪਰੈਸ ਦਾ ਪੈਸਟ ਪੋਪੂਲੇਸ਼ਨ ਬਿਲੋ ਦਾ ਇਕੋਨੋਮਿਕ ਇੰਜਰੀ ਲੈਵਲ। ਇੱਕ ਇਕੋਨੋਮਿਕ ਇੰਜਰੀ ਲੈਵਲ ਹੁੰਦਾ ਹੈਗਾ, ਠੀਕ ਹੈ। ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਵੀ ਪੈਸਟ ਪੋਪੂਲੇਸ਼ਨ ਨੂੰ ਆਪਾਂ ਸਿਰਫ ਸਪਰੈਸ ਕਰਾਂਗੇ, ਘਟਾਵਾਂਗੇ, ਉਹਨੂੰ ਇੰਨਾ ਜ਼ਿਆਦਾ ਮਾਰਨਾ ਵੀ ਨਹੀਂ ਹੈਗਾ ਵੀ ਜਿਹੜੀ ਆਪਣੀ ਇਨਵਾਇਰਮੈਂਟ ਦੇ ਵਿੱਚ ਜਿਹੜੇ ਪੈਸਟ ਨੇਗੇ ਵੀ ਉਹਨੂੰ ਆਪਾਂ ਮਾਰੀਏ ਨਾ, ਤੇ ਉਹਨੂੰ ਆਪਾਂ ਬਚਾ ਸਕੀਏ। ਸਿਰਫ ਉਹਨਾਂ ਨੂੰ ਘਟਾਉਣਾ ਹੈਗਾ ਵੀ ਉਹ ਆਪਣੀ ਜਿਹੜੀ ਕ੍ਰੌਪ ਹੈ ਉਹਨੂੰ ਖਰਾਬ ਨਾ ਕਰਨ। ਦੇਖੋ 30% ਯੀਲਡ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਕ੍ਰੌਪ ਦੇ ਵਿੱਚ ਲੋਸ ਹੁੰਦਾ ਹੈ ਡਿਊ ਟੂ ਦਾ ਇਨਸੈਕਟਸ ਐਂਡ ਪੈਸਟ, ਜਿਹਦੇ 'ਚ 20% ਇਨਸੈਕਟ ਤੇ ਪੈਸਟ ਦਾ ਰੋਲ ਹੁੰਦਾ ਹੈ, ਜਿਹੜੇ ਕਿ ਆਪਣੀ ਕ੍ਰੌਪ ਨੂੰ 20% ਖਰਾਬ ਕਰਦੇ ਆ। ਔਰ 10% ਨੋਮੈਟੋਡਸ ਹੁੰਦੇ ਆ, ਮਤਲਬ ਕਿ ਆਪਣੇ ਕੋਲ ਜਿਹੜੇ ਨੋਮੈਟੋਡਸ ਪਾਏ ਜਾਂਦੇ ਆ, ਫੰਗਸ ਹੁੰਦੀ ਹੈ, ਐਂਡ ਆਪਣੇ ਕੋਲੇ ਰੋਡੈਂਟਸ ਹੁੰਦੇ ਨੇ, ਚੂਹੇ ਵਗੈਰਾ ਹੁੰਦੇ ਨੇ, ਜਿਹੜੇ ਕਿ ਪਲਾਂਟਸ ਨੂੰ ਖਰਾਬ ਕਰਦੇ ਆ, ਆਪਣੀ ਯੀਲਡ ਨੂੰ, ਆਪਣੀ ਕ੍ਰੌਪ ਨੂੰ ਕੀ ਕਰਦੇ ਨੇ, ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ। ਆਪਣੀ ਕ੍ਰੌਪ ਨੂੰ ਇਹਨਾਂ ਤੋਂ ਬਚਾਉਣ ਦੇ ਲਈ ਆਪਣੀ ਇੰਡੀਆ ਦੇ ਵਿੱਚ ਤੇ ਆਪਣੀਆਂ ਬਹੁਤ ਸਾਰੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਪੈਸਟੀਸਾਈਡਲ ਕੈਮੀਕਲਸ ਨੇ ਜਿਹੜੇ ਯੂਜ਼ ਕੀਤੇ ਜਾਂਦੇ ਆ। ਤੇ ਜਿਹੜਾ ਕਿਸਾਨ ਹੈ ਟੋਟਲੀ ਉਸ ਤੇ ਬੇਸ ਹੁੰਦਾ ਹੈਗਾ ਵੀ ਉਹ ਕੀ ਕਰੇ, ਪੈਸਟੀਸਾਈਡਲ ਕੈਮੀਕਲਸ ਦਾ ਹੀ ਯੂਜ਼ ਕਰੇ। ਹੁਣ ਦੇਖੋ ਜਿਹੜਾ ਕੈਮੀਕਲ ਕੰਟਰੋਲ ਹੈ, ਇਹ ਵਨ ਆਫ ਦਾ ਇਫੈਕਟਿਵ ਐਂਡ ਦਾ ਕੁਇਕਨੈਸ ਮੈਥਡ ਹੈ ਇਨ ਰਿਡਿਊਸਿੰਗ ਪੈਸਟ ਪੋਪੂਲੇਸ਼ਨ ਵਿਦ ਇਨ ਦਾ ਸ਼ੋਰਟ ਟਾਈਮ। ਸ਼ੋਰਟ ਟਾਈਮ ਦੇ ਵਿੱਚ ਹੀ ਆਪਾਂ ਪੈਸਟ ਦੀ ਪੋਪੂਲੇਸ਼ਨ ਨੂੰ ਬਹੁਤ ਜ਼ਿਆਦਾ ਘਟਾ ਸਕਦੇ ਆਂਗੇ, ਬਹੁਤ ਜਲਦੀ ਹੋ ਜਾਂਦਾ ਹੈ, ਠੀਕ ਹੈ। ਇਸ ਲਈ ਇਹ ਕਿ ਆਪਣੇ ਕੋਲੇ ਆਪਣੇ ਜਿਹੜੇ ਕਿਸਾਨ ਨੇ ਇਹਨੂੰ ਬਹੁਤ ਯੂਜ਼ ਕਰਦੇ ਆ ਵੀ ਜਲਦੀ ਖਤਮ ਹੋ ਗਿਆ, ਆਪਣੇ ਕੋਲ ਇਨਸੈਕਟ ਛੇਤੀ ਖਤਮ ਹੋ ਗਿਆ ਤੇ ਆਪਣੀ ਕ੍ਰੌਪ ਨੂੰ ਖਰਾਬ ਨਹੀਂ ਕਰੇਗਾ ਹੁਣ। ਬਟ ਹਾਊਐਵਰ our reliance and the indiscrimination use of the pesticide resulting in a series of problem in the agriculture ecosystem mainly। ਆਪਣੇ ecosystem ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਕ੍ਰੀਏਟ ਹੁੰਦੀਆਂ ਨੇਗੀਆਂ ਜਦੋਂ ਆਪਾਂ ਇਹਨਾਂ ਨੂੰ ਆਪਣੇ ਕੈਮੀਕਲਸ ਨੂੰ ਯੂਜ਼ ਕਰਦੇ ਆਂਗੇ। ਹੁਣ ਇਹ ਸਾਰੀਆਂ ਪ੍ਰੋਬਲਮਸ ਨਾ ਹੋਣ ਤਾਂ ਆਪਣੇ ਕੋਲ ਇੱਕ ਨਿਊ ਵੇ ਆਇਆ, ਜਿਹਦੇ 'ਚ ਕੀ ਕੀਤਾ ਗਿਆ, ਪੈਸਟ ਕੰਟਰੋਲ ਦੀਆਂ ਪ੍ਰੋਬਲਮਸ ਨੂੰ ਸੋਚਿਆ ਗਿਆ। ਉਹ ਆਪਣੇ ਕੋਲ ਵੇ ਹੈਗਾ IPM, ਜਿਹਨੂੰ ਬੋਲਿਆ ਜਾਂਦਾ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ। ਇਹ ਕੀ ਹੈ, ਇੱਕ ਇਕੋਲੋਜੀਕਲ ਅਪਰੋਚ ਹੈ ਜਿਹਦੇ 'ਚ ਯੂਟੀਲਾਈਜੇਸ਼ਨ ਹੁੰਦੀ ਹੈ। ਆਪਾਂ ਟੈਕਨੀਕਸ ਨੂੰ ਯੂਜ਼ ਕਰ ਦਿਆਂਗੇ ਤਾਂ ਕਿ ਆਪਾਂ ਪੈਸਟ ਨੂੰ ਕੀ ਕਰ ਸਕੀਏ, ਕੰਟਰੋਲ ਕਰ ਸਕੀਏ, ਤੇ ਜਿੰਨੀ ਵੀ ਪੈਸਟ ਦੀ ਪੋਪੂਲੇਸ਼ਨ ਹੈ ਉਹਨੂੰ ਮੇਨਟੇਨ ਕਰ ਸਕੀਏ। ਮੇਨਟੇਨ ਕਰਕੇ ਰੱਖਣਾ, ਬਿਲਕੁਲ ਖਤਮ ਵੀ ਨਹੀਂ ਕਰ ਸਕਦੇ ਹੈਗੇ ਆਪਾਂ ਉਹਨੂੰ ਆਪਣੇ ਇਨਵਾਇਰਮੈਂਟ ਦੇ ਵਿੱਚੋਂ। ਇਸ ਲਈ ਆਪਾਂ IPM ਦੇ ਟੈਕਨੀਕਸ ਨੂੰ ਯੂਜ਼ ਕਰ ਸਕਦੇ ਹਾਂ। ਏਮ ਆਫ ਸਿਲੈਕਟਡ IPM ਸਟ੍ਰੈਟੇਜੀਜ਼। ਹੁਣ ਏਮ ਕੀ ਹੈ ਆਪਣਾ, ਪ੍ਰਮੋਟ ਨੈਚੁਰਲ ਕੰਟਰੋਲ। ਨੈਚੁਰਲ ਕੰਟਰੋਲ ਨੂੰ ਆਪਾਂ ਪ੍ਰਮੋਟ ਕਰਨਾ ਹੈ, ਕੈਮੀਕਲਸ ਨੂੰ ਯੂਜ਼ ਨਹੀਂ ਕਰਨਾ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਕੈਮੀਕਲਸ ਹੁੰਦੇ ਆ ਇਨਸੈਕਟ ਨੂੰ ਵੀ ਟੋਟਲੀ ਮਾਰ ਦਿੰਦੇ ਆ। ਤੇ ਉਸ ਤੋਂ ਬਾਅਦ ਜਿਹੜੀ ਕ੍ਰੌਪ ਹਿਊਮਨਸ ਦੁਆਰਾ ਖਾਈ ਜਾਂਦੀ ਹੈਗੀ, ਹਿਊਮਨ ਬੋਡੀ ਤੇ ਵੀ ਬਹੁਤ ਜ਼ਿਆਦਾ ਇਫੈਕਟਿਵ ਹੁੰਦੇ ਹੈਗੇ। ਸੈਕੰਡਲੀ ਆ ਗਿਆ ਪ੍ਰੋਟੈਕਟ ਦਾ ਹਿਊਮਨ ਹੈਲਥ। ਹਿਊਮਨ ਹੈਲਥ ਨੂੰ ਵੀ ਪ੍ਰੋਟੈਕਟ ਕਰਕੇ ਰੱਖਣਾ, ਬਚਾ ਕੇ ਰੱਖਣਾ ਹਿਊਮਨ ਹੈਲਥ ਨੂੰ ਵੀ, ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਉਹ ਕੋਈ ਵੀ ਕ੍ਰੌਪ ਹੈ ਜਿਹੜੀ, ਜਿਵੇਂ ਮੰਨ ਲਓ ਵੀਟ ਹੈ, ਉਹ ਖਾ ਰਹੇ ਤਾਂ ਉਹਨਾਂ ਨੂੰ ਉਸ ਤੋਂ ਕੋਈ ਪ੍ਰੋਬਲਮ ਨਾ ਹੋਵੇ। ਮਿਨੀਮਮ ਦਾ ਨੈਗੇਟਿਵ ਇੰਪੈਕਟ ਟੂ ਨੌਨ ਟਾਰਗੇਟ ਔਰਗੇਨਿਜ਼ਮ। ਜਿਹੜੇ ਆਪਣੇ ਕੋਲ ਨੌਨ ਟਾਰਗੇਟ ਔਰਗੇਨਿਜ਼ਮ ਹੁੰਦੇ ਹੈਗੇ, ਉਹਨਾਂ ਦੇ ਉੱਤੇ ਵੀ ਕੋਈ ਨੈਗੇਟਿਵ ਇਫੈਕਟ ਨਾ ਪਵੇ, ਇਸ ਲਈ ਆਪਾਂ IPM ਯੂਜ਼ ਕਰਦੇ ਹਾਂ। ਇਨਹੈਂਸ ਦਾ ਜਨਰਲ ਇਨਵਾਇਰਮੈਂਟ। ਜਿਹੜਾ ਆਪਣਾ ਇਨਵਾਇਰਮੈਂਟ ਹੈ, ਠੀਕ ਹੈ, ਉਹਨੂੰ ਵੀ ਆਪਾਂ ਨੇ ਕੀ ਕਰਨਾ, ਇਨਹੈਂਸ ਕਰਨਾ ਹੈ। ਉਹਨੂੰ ਆਪਾਂ ਛੇੜਖਾਨੀ ਨਹੀਂ ਕਰ ਸਕਦੇ, ਇਸ ਲਈ ਪੈਸਟ ਨੂੰ ਮਾਰਨਾ ਨਹੀਂਗਾ। ਪੈਸਟ ਨੂੰ ਦੀ ਜਿਹੜੀ ਪੋਪੂਲੇਸ਼ਨ ਹੈ ਸਿਰਫ ਸਪਰੈਸ ਕਰਨਾ ਹੈ ਤਾਂ ਕਿ ਉਹ ਥੋੜੀ ਜਿਹੀ ਘਟ ਜੇ, ਤਾਂ ਜੋ ਆਪਣੀ ਜਿਹੜੀ ਕ੍ਰੌਪ ਹੈ ਉਹ ਬਚ ਸਕੇ। ਹੁਣ ਆਪਾਂ ਗੱਲ ਕਰਾਂਗੇ ਟੂਲਸ ਬਾਰੇ, ਵੀ ਕਿਹੜੇ ਕਿਹੜੇ ਟੂਲਸ ਨੇ ਜਿਹੜੇ ਪੈਸਟ ਮੈਨੇਜਮੈਂਟ ਦੇ ਵਿੱਚ ਹੈਲਪ ਕਰਦੇ ਆ, ਕਿਹੜੇ ਕਿਹੜੇ ਟੈਕਨੀਕਸ ਦੁਆਰਾ ਆਪਾਂ ਇਨਸੈਕਟ ਦੇ ਜਿਹੜੇ ਇਨਸੈਕਟ ਪੈਸਟ ਹੈ ਜਿਹੜੇ, ਉਹਨਾਂ ਨੂੰ ਕੰਟਰੋਲ ਕਰ ਸਕਦੇ ਆਂਗੇ। ਸਭ ਤੋਂ ਪਹਿਲਾਂ ਆਉਂਦਾ ਹੈ ਕਲਚਰਲ ਮੈਥਡ, ਜਿਹਨੂੰ ਐਗਰੋਨੋਮਿਕ ਪ੍ਰੈਕਟਿਸਿਸ ਵੀ ਬੋਲਿਆ ਜਾਂਦਾ ਹੈ, ਮਕੈਨੀਕਲ ਮੈਥਡ, ਫਿਜ਼ੀਕਲ ਮੈਥਡ, ਬਾਇਓਲੋਜੀਕਲ ਮੈਥਡ, ਜੈਨੇਟਿਕਲੀ ਮੈਥਡ, ਰੈਗੂਲੇਟਰੀ ਮੈਥਡ, ਐਂਡ ਲਾਸਟ ਤੇ ਆਪਾਂ ਕੈਮੀਕਲੀ ਯੂਜ਼ ਕਰ ਦਿਆਂਗੇ। ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਕਲਚਰਲ ਮੈਥਡ ਔਰ ਦਾ ਐਗਰੋਨੋਮਿਕ ਪ੍ਰੈਕਟਿਸਿਸ। ਇਹਦੇ ਵਿੱਚ ਕੀ ਹੁੰਦਾ ਹੈ, ਯੂਜ਼ ਆਫ ਰੈਜ਼ਿਸਟੈਂਟ ਵੈਰਾਈਟੀਜ਼। ਬਾਇਓਟੈਕਨੋਲੋਜੀ ਦੇਖੋ, ਤੁਹਾਨੂੰ ਪਤਾ ਹੀ ਹੈ ਬਾਇਓਟੈਕਨੋਲੋਜੀ ਨੇ ਬਹੁਤ ਸਾਰੇ ਇਹੋ ਜਿਹੇ ਸੀਡਸ ਬਣਾ ਦਿੱਤੇ ਜਿਹਦੇ 'ਚ ਆਪਾਂ ਰੈਜ਼ਿਸਟੈਂਟ ਵੈਰਾਈਟੀਜ਼ ਨੂੰ ਯੂਜ਼ ਕਰ ਸਕਦੇ ਆਂਗੇ, ਕ੍ਰੌਪ ਰੋਟੇਸ਼ਨ ਕਰ ਸਕਦੇ ਆਂਗੇ। ਜੇ ਆਪਣਾ ਫਾਰਮਰ ਪੂਰੀ ਤਰ੍ਹਾਂ ਨਾਲ
ਨੌਲੇਜਫੁਲ ਹੈ, ਉਹਨੂੰ ਪਤਾ ਹੈ ਵੀ ਆਪਣੇ ਲਈ ਕੀ ਫਾਇਦੇਮੰਦ ਹੈ, ਤਾਂ ਉਹ ਕੀ ਕਰੇਗਾ, ਕਰੋਪ ਰੋਟੇਸ਼ਨ ਜ਼ਰੂਰ ਕਰੇਗਾ। ਕਰੋਪ ਰਿਫਿਊਜ਼ ਡਿਸਟਰਕਸ਼ਨ, ਟਿਲੇਜ ਆਫ ਦਾ ਸੋਇਲ। ਟਿਲੇਜ ਦਾ ਮਤਲਬ ਹੁੰਦਾ ਹੈਗਾ ਵੀ ਸੋਇਲ ਨੂੰ ਹਿਲਾਉਂਦੇ ਰਹਿਣਾ, ਠੀਕ ਹੈ। ਮਤਲਬ ਕਿ ਜਿਹੜੀ ਆਪਣੇ ਕੋਲ ਅਪਰ ਸੋਇਲ ਹੈ ਉਹਨੂੰ ਲੋਅਰ ਕਰ ਦੇਣਾ, ਲੋਅਰ ਨੂੰ ਅਪਰ ਲਿਆਉਣਾ, ਤਾਂ ਜੋ ਜਿਹੜੇ ਸੋਇਲ ਦੇ ਵਿੱਚ ਲਾਰਵਾ ਵਗੈਰਾ ਪਏ ਹੈ ਜਾਂ ਐਗ ਪਏ ਹੈ ਉਹ ਸਨਲਾਈਟ ਦੇ ਐਕਸਪੋਜ਼ਰ ਦੇ ਵਿੱਚ ਡਿਸਟਰੋਏ ਹੋ ਜਾਣ। ਨੈਕਸਟ ਹੈ ਵੇਰੀਏਸ਼ਨ ਇਨ ਟਾਈਮ ਆਫ ਪਲਾਂਟਿੰਗ ਐਂਡ ਹਾਰਵੈਸਟਿੰਗ। ਵੀ ਜਿਹੜੀ ਆਪਣੇ ਕੋਲ ਪਲਾਂਟਿੰਗ ਜਦੋਂ ਆਪਾਂ ਉਹਨੂੰ ਉਹਦੀ ਸੋਇੰਗ ਕਰ ਰਹੇ ਹਾਂ ਸੋਇਲ ਦੇ ਵਿੱਚ, ਜਾਂ ਉਹਨੂੰ ਆਪਾਂ ਹਾਰਵੈਸਟ ਕਰ ਸਕਦੇ ਹਾਂ, ਉਹਦੇ ਟਾਈਮ ਦੇ ਵਿੱਚ ਕੁਝ ਸਮੇਂ ਦੇ ਲਈ ਵੇਰੀਏਸ਼ਨ ਲੈ ਆਉਣਾ। ਨੈਕਸਟ ਹੈਗਾ ਪ੍ਰਿਨਿੰਗ ਔਰ ਦਾ ਥਿਨਿੰਗ ਐਂਡ ਦਾ ਪ੍ਰੋਪਰ ਸਪੇਸਿੰਗ। ਇਹਦਾ ਮਤਲਬ ਹੈਗਾ ਵੀ ਮੰਨ ਲਓ ਜੇ ਤੁਹਾਨੂੰ ਕੋਈ ਵੀ ਦਿਖ ਰਿਹਾ ਵੀ ਜਿਹੜੇ ਲੀਵਸ ਨੇਗੇ ਉਹ ਖਰਾਬ ਹੋ ਰਹੇ ਨੇਗੇ, ਠੀਕ ਹੈ, ਜਾਂ ਕੋਈ ਵੀ ਪਲਾਂਟ ਦਾ ਪਾਰਟ ਹੈ ਜਿਹੜਾ ਖਰਾਬ ਹੋ ਰਿਹਾ ਤਾਂ ਉਹਨੂੰ ਰੈਗੂਲਰਲੀ ਚੈੱਕ ਕਰਨਾ ਤੇ ਉਹ ਡੈਮੇਜ ਪਾਰਟ ਨੂੰ ਉੱਥੋਂ ਨਿਕਾਲ ਦੇਣਾ। ਇਹ ਕਾਹਦੇ ਕਰਕੇ ਹੋ ਸਕਦਾ ਹੈ ਵੀ ਜਿਹੜਾ ਪੈਸਟ ਹੈ ਉਹ ਹਾਈਬਰਨੇਟਿੰਗ ਸਟੇਜ ਦੇ ਉੱਤੇ ਹੋ ਸਕਦਾ ਹੈਗਾ, ਠੀਕ ਹੈ। ਇਸ ਲਈ ਉਹਨਾਂ ਨੂੰ ਵਾਰ-ਵਾਰ ਤੋਂ ਚੈੱਕ ਕਰਦੇ ਰਹਿਣਾ, ਉਹਨਾਂ ਦੇ ਵਿੱਚ ਪ੍ਰੋਪਰ ਸਪੇਸਿੰਗ ਰੱਖਣਾ। ਬੈਲੈਂਸਡ ਯੂਜ਼ ਆਫ ਫਰਟੀਲਾਈਜ਼ਰਸ, ਠੀਕ ਹੈ। ਆਪਾਂ ਫਰਟੀਲਾਈਜ਼ਰ ਬੈਲੈਂਸ ਡਾਈਟ ਦੇ ਵਿੱਚ ਆਪਾਂ ਯਾਨੀ ਕਿ ਉਹਨੂੰ ਬੈਲੈਂਸਡਲੀ ਆਪਾਂ ਯੂਜ਼ ਕਰਕੇ ਫਰਟੀਲਾਈਜ਼ਰ ਹੈ ਜਿਹੜੇ ਆਪਣੇ ਪਲਾਂਟ ਨੂੰ ਦੇ ਸਕਦੇ ਤਾਂ ਕਿ ਜਿਹੜਾ ਆਪਣਾ ਪਲਾਂਟ ਹੈ ਉਹ ਹੈਲਥੀ ਰਵੇ। ਕਰੋਪ ਦੀ ਸੈਨੀਟੇਸ਼ਨ ਕਰਕੇ ਰੱਖਣਾ, ਕਰੋਪ ਨੂੰ ਵਾਟਰ ਮੈਨੇਜਮੈਂਟ, ਇਹ ਵੀ ਬਹੁਤ ਇੰਪੋਰਟੈਂਟ ਹੈ। ਪਲਾਂਟਿੰਗ ਆਫ ਦਾ ਟ੍ਰੈਪ ਕ੍ਰੌਪਸ। ਹੁਣ ਦੇਖੋ ਵਾਟਰ ਮੈਨੇਜਮੈਂਟ ਜਿਹੜਾ ਇੰਪੋਰਟੈਂਟ ਪੁਆਇੰਟ ਹੈ, ਵਾਟਰ ਮੈਨੇਜਮੈਂਟ ਦੇ ਵਿੱਚ ਆਪਾਂ ਕੀ ਕਰ ਸਕਦੇ ਆਂਗੇ। ਵਾਟਰ ਮੈਨੇਜਮੈਂਟ ਹੈ, ਮੰਨ ਲਓ ਤੁਸੀਂ ਹਾਰਵੈਸਟਿੰਗ ਕਰ ਲਈ, ਆਪਣਾ ਜਿਹੜਾ ਫੀਲਡ ਹੈ ਉਹਨੂੰ ਟੋਟਲੀ ਹਾਰਵੈਸਟ ਕਰਤਾ, ਉਸ ਤੋਂ ਬਾਅਦ ਉਹਨੂੰ ਪਾਣੀ ਨਾਲ ਭਰ ਦਿਓ ਤਾਂ ਜੋ ਜਿੰਨੇ ਵੀ ਸੋਇਲ ਦੇ ਵਿੱਚ ਲਾਰਵਲ ਸਟੇਜਿਸ ਪਈਆਂ ਨੇ ਜਾਂ ਫਿਰ ਐਗਸ ਪਏ ਆ ਜਾਂ ਫਿਰ ਵਾਈਟ ਆਂਟਸ ਪਈਆਂ ਨੇਗੀਆਂ, ਉਹ ਕੀ ਹੋਣਗੀਆਂ, ਪਾਣੀ ਦੇ ਉੱਪਰ ਫਲੋਟ ਕਰਨ ਲੱਗ ਜਾਣਗੀਆਂ, ਜਿਹਦੇ ਨਾਲ ਆਪਣੀ ਜਿਹੜੀ ਸੋਇਲ ਹੈ ਉਹ ਕਲੀਨ ਹੋ ਜੂਗੀ, ਯਾਨੀ ਕਿ ਉਹਦੇ ਵਿੱਚ ਕੋਈ ਵੀ ਇਨਸੈਕਟ ਹੈ, ਇਨਸੈਕਟ ਦੀ ਕੋਈ ਵੀ ਸਟੇਜ ਹੈ ਉਹ ਗਰੋ ਨਹੀਂ ਕਰੇਗੀ। ਸੈਕਿੰਡ ਆ ਗਿਆ ਮਕੈਨੀਕਲ ਮੈਥਡ। ਹੈਂਡ ਡਿਸਟਰਕਸ਼ਨ ਕਰ ਸਕਦੇਆਂਗੇ, ਬੈਰੀਅਰ ਯੂਜ਼ ਕਰ ਸਕਦੇਆਂਗੇ, ਟਰੈਪਸ ਯੂਜ਼ ਕਰ ਸਕਦੇਆਂਗੇ। ਲਾਈਟ ਟਰੈਪਸ ਆਉਂਦੇ ਜਿਹਨਾਂ ਨਾਲ ਆਪਾਂ ਇਨਸੈਕਟ ਨੂੰ ਲਾਈਟ ਦੇ ਕੇ ਇਨਸੈਕਟ ਨੂੰ ਟਰੈਪ ਕਰ ਸਕਦੇ ਹਾਂ, ਆਪਣੇ ਕੰਨੀ ਖਿੱਚ ਸਕਦੇਆਂਗੇ। ਉਸ ਤੋਂ ਬਾਅਦ ਆ ਗਿਆ ਫਿਜ਼ੀਕਲ ਮੈਥਡ ਦੇ ਵਿੱਚ ਫਸਟਲੀ ਆ ਗਿਆ ਐਪਲੀਕੇਸ਼ਨ ਆਫ ਹੀਟ। ਇਹਦੇ ਵਿੱਚ ਕੀ ਹੋਗਾ, ਹੌਟ ਵਾਟਰ ਟ੍ਰੀਟਮੈਂਟ ਦੇ ਸਕਦੇ ਹਾਂ ਆਪਾਂ। ਐਕਸਪੋਜ਼ਿੰਗ ਆਫ ਇਨਫੈਸਟਡ ਗ੍ਰੇਨ ਟੂ ਸਨ, ਜਿਹੜੀ ਵੀ ਇਨਫੈਸਟਡ ਗ੍ਰੇਨ ਹੈ ਉਹਨੂੰ ਸਨ ਦੇ ਵਿੱਚ ਐਕਸਪੋਜ਼ ਕਰ ਸਕਦੇ ਹਾਂ ਤਾਂ ਕਿ ਸਨ ਦੇ ਵਿੱਚ ਜੋ ਵੀ ਉਹਦੀ ਲਾਰਵਲ ਸਟੇਜ ਹੈ, ਜੋ ਵੀ ਸਟੇਜ ਚੱਲ ਰਹੀ ਹੈ ਉਹਦੀ ਲਾਈਫ ਸਾਈਕਲ ਦੀ, ਉਹ ਕੀ ਹੋ ਜੇ, ਡਿਸਟਰੋਏ ਹੋ ਜੇ। ਸੁਪਰ ਹੀਟਿੰਗ, ਜਿਹੜੀ ਵੀ ਗੋਡਾਊਨ ਦੇ ਵਿੱਚ ਆਪਾਂ ਨੇ ਆਪਣੀ ਕ੍ਰੌਪ ਨੂੰ ਰੱਖਣਾ ਹੈਗਾ ਉਹਨੂੰ ਕੀ ਕਰਨਾ ਹੈਗਾ, ਆਪਾਂ ਨੇ ਸੁਪਰ ਹੀਟ ਕਰਨਾ 50 ਡਿਗਰੀ ਸੈਲਸੀਅਸ ਤੱਕ, ਤਾਂ ਕਿ ਜਿੰਨੇ ਵੀ ਉੱਥੇ ਹਾਈਬਰਨੇਟਿੰਗ ਸਟੋਰ ਗ੍ਰੀਨ ਪੈਸਟ ਪਏ ਨੇਗੇ ਉਹ ਸਾਰੇ ਕਿਲ ਹੋ ਜਾਣ। ਸੈਕਿੰਡ ਆ ਗਿਆ ਆਪਣੇ ਕੋਲੇ ਮੈਨੀਪੂਲੇਸ਼ਨ ਆਫ ਦਾ ਮੋਇਸਚਰ ਨੂੰ ਰਿਡਿਊਸ ਕਰਨਾ ਹੈ। ਬਹੁਤ ਘੱਟ ਮੋਇਸਚਰ ਹੋਣਾ ਚਾਹੀਦਾ ਹੈਗਾ, ਜੇ ਮੋਇਸਚਰ ਹੋਗਾ ਤਾਂ ਮੋਇਸਚਰ ਹੈ ਜਿਹੜਾ ਇਨਸੈਕਟ ਦੀ ਲਾਈਫ ਸਾਈਕਲ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ, ਠੀਕ ਹੈ। ਇਸ ਲਈ ਮੋਇਸਚਰ ਨੂੰ ਰਿਡਿਊਸ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਣੇ ਕੋਲੇ ਕਿਸੇ ਵੀ ਪੈਸਟ ਦਾ ਅਟੈਕ ਨਾ ਹੋ ਸਕੇ ਜਿਹੜੀ ਵੀ ਗ੍ਰੇਨ ਆਪਾਂ ਨੇ ਸਟੋਰ ਕੀਤੀ ਹੋਈ ਹੈ। ਐਨਰਜੀ, ਲਾਈਟ ਟਰੈਪ ਦੁਆਰਾ ਆਪਾਂ ਐਨਰਜੀ ਦੇ ਸਕਦੇ ਆਂਗੇ, ਠੀਕ ਹੈ ਜੀ। ਬਾਇਓਲੋਜੀਕਲ ਕੰਟਰੋਲ ਆਪਾਂ ਪਹਿਲਾਂ ਡਿਸਕਸ ਕੀਤੇ ਹੋਏ ਹੈਗੇ, ਠੀਕ ਹੈ। ਇਸ ਤੇ ਆਪਾਂ ਨੂੰ ਯਾਨੀ ਕਿ ਬਹੁਤ ਆਪਾਂ ਨੂੰ ਫੁੱਲੀ ਐਕਸਪਲੇਨ ਕੀਤਾ ਹੋਇਆ ਆਪਣੇ ਨੋਟਸ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਜੈਨੇਟਿਕ ਮੈਥਡ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਯੂਜ਼ ਆਫ ਸਰਟਾਈਲ ਮੇਲ ਟੈਕਨੀਕਸ ਯੂਜ਼ ਕਰ ਸਕਦੇ ਹਾਂ। ਰੈਗੂਲੇਟਰੀ ਮੈਥਡ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਪਲਾਂਟ ਕੁਆਰਟਾਈਨ ਹੋ ਗਿਆ, ਫੋਰਨ ਕੁਆਰਟਾਈਨ ਹੋ ਗਿਆ, ਡੋਮੈਸਟਿਕ ਕੁਆਰਟਾਈਨ ਹੋ ਗਿਆ। ਇਹਦੇ ਵਿੱਚ ਕੀ ਹੁੰਦਾ ਵੀ ਕੋਈ ਵੀ ਆਪਣੇ ਕੋਲੇ ਪੈਸਟ ਹੈ ਉਹਨੂੰ ਜਾਣਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਕਈ ਵਾਰੀ ਪੈਸਟ ਜਿਹੜਾ ਆਪਣੇ ਕੋਲੇ ਫੋਰਨ ਦਾ ਹੋ ਸਕਦਾ ਹੈਗਾ, ਠੀਕ ਹੈ, ਫੋਰਨ ਕੰਟਰੀ ਤੋਂ ਕਿਸੇ ਹੋਰ ਕੰਟਰੀ ਦਾ ਪੈਸਟ ਹੋ ਸਕਦਾ ਹੈਗਾ, ਜਾਂ ਫਿਰ ਪਲਾਂਟ ਲਿਆਂਦੇ ਸਮੇਂ ਉੱਥੋਂ ਪੈਸਟ ਆ ਗਿਆ ਹੋਵੇ, ਠੀਕ ਹੈ, ਆਪਣੇ ਇੰਡੀਅਨ ਨੂੰ ਇਹਦੇ ਬਾਰੇ ਨਾ ਪਤਾ ਹੋਵੇ, ਇਹ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆ ਗਿਆ ਕੈਮੀਕਲ ਮੈਥਡ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਯੂਜ਼ ਆਫ ਅਟਰੈਕਟੈਂਟ, ਤਾਂ ਕਿ ਆਪਾਂ ਜਿਹੜਾ ਵੀ ਪੈਸਟ ਹੈ, ਇਨਸੈਕਟ ਹੈ, ਉਹਨੂੰ ਆਪਣੀ ਤਰਫ ਅਟਰੈਕਟ ਕਰ ਸਕੀਏ। ਯੂਜ਼ ਆਫ ਰਿਪੈਲੈਂਟਸ, ਉਹਨੂੰ ਰਿਪੈਲ ਕਰ ਸਕੀਏ, ਆਪਣੇ ਫੀਲਡ ਦੇ ਵਿੱਚ ਉਹਨੂੰ ਭਜਾ ਸਕੀਏ। ਗਰੋਥ ਆਫ ਇਨਹਿਬਿਟਰ, ਇਹੋ ਜਿਹੇ ਕੈਮੀਕਲਸ ਯੂਜ਼ ਕਰੀਏ ਜਿਨ ਨਾਲ ਜਿਹੜੀ ਉਹਦੀ ਗਰੋਥ ਹੈ ਬਿਲਕੁਲ ਸਟਾਪ ਹੋ ਜੇ। ਯੂਜ਼ ਆਫ ਇਨਸੈਕਟੀਸਾਈਡ। ਹੁਣ ਦੇਖੋ ਆਪਣਾ ਨੈਕਸਟ ਟੌਪਿਕ ਹੈਗਾ ਪ੍ਰੀ ਰਿਕੁਆਈਜੇਸ਼ਨ ਫॉर ਦਾ ਡਿਸੀਜਨ ਮੇਕਿੰਗ। ਇਹ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ, ਬਹੁਤ ਐਸੈਂਸ਼ੀਅਲ ਰਿਕੁਆਇਰਮੈਂਟਸ ਨੇਗੀਆਂ ਇਹ, ਠੀਕ ਹੈ। ਜਦੋਂ ਹੀ ਆਪਾਂ ਪੈਸਟ ਮੈਨੇਜਮੈਂਟ ਕਰਨ ਤੋਂ ਪਹਿਲਾਂ ਇਹ ਆਪਾਂ ਨੂੰ ਫੋਲੋ ਕਰਨੀਆਂ ਪੈਣਗੀਆਂ, ਠੀਕ ਹੈ, ਤਾਂ ਹੀ ਆਪਾਂ ਪੈਸਟ ਮੈਨੇਜਮੈਂਟ ਦੇ ਅਕੋਰਡਿੰਗ ਚੱਲ ਸਕਦੇ ਹਾਂ। ਫਸਟ ਹੈਗਾ ਕਰੈਕਟ ਆਈਡੈਂਟੀਫਿਕੇਸ਼ਨ ਆਫ ਪੈਸਟ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪੈਸਟ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਜੋ ਤੁਸੀਂ ਫਸਲ ਉਗਾਈ ਹੈ ਉਹਦੇ ਉੱਤੇ ਕਿਹੜਾ ਜਿਹੜਾ ਇਨਸੈਕਟ ਹੈ ਉਹ ਅਟੈਕ ਕਰਦਾ ਹੈਗਾ, ਠੀਕ ਹੈ। ਦੇਖੋ ਜੇ ਤੁਹਾਨੂੰ ਉਹਦੇ ਬਾਰੇ ਪਤਾ ਹੋਊਗਾ, ਕਿਸਾਨ ਨੂੰ ਉਹਦੇ ਬਾਰੇ ਪਤਾ ਹੋਊਗਾ ਤਾਂ ਉਹਨੂੰ ਈਜ਼ੀ ਹੋ ਜਾਊਗਾ, ਤਾਂ ਉਹ ਈਜ਼ੀਲੀ ਉਹਦਾ ਕੋਈ ਹੱਲ ਕੱਢ ਸਕਦਾ ਹੈਗਾ ਵੀ ਮੈਂ ਇਹਦੇ ਲਈ ਕੀ ਕਰ ਸਕਦਾ ਹਾਂ।
ਮੰਨ ਲਓ ਜੇ ਤੁਸੀਂ ਉਹ ਪੈਸਟ ਨੂੰ ਕੀ ਕਰਤਾ, ਮਿਸ ਆਇਡੈਂਟੀਫਾਈ ਕਰਤਾ, ਤਾਂ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੇਸ਼ਨਸ ਨੇਗੀਆਂ, ਪ੍ਰੋਬਲਮਸ ਨੇਗੀਆਂ, ਉਹ ਕ੍ਰੀਏਟ ਹੋ ਸਕਦੀਆਂ ਨੇਗੀਆਂ ਸੋਲਵਿੰਗ ਹੋਣ ਦੀ ਬਜਾਏ। ਠੀਕ ਹੈ, ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਪੈਸਟ ਦੀ। ਹੁਣ ਦੇਖੋ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲੈਂਦੇ ਹਾਂ, ਸ਼ੂਗਰ ਕੇਨ ਦਾ ਪੈਸਟ ਹੈ, ਠੀਕ ਹੈ, ਪਾਇਰੀਲਾ ਪਰਪਿਊਸਿਲਾ, ਆਪਾਂ ਨੂੰ ਪਤਾ ਉਹਦੇ ਬਾਰੇ, ਠੀਕ ਹੈ, ਬਟ ਜੇ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਹਦੀ ਆਇਡੈਂਟੀਫਿਕੇਸ਼ਨ ਬਾਰੇ ਪਤਾ ਹੋਣਾ ਜ਼ਰੂਰੀ ਹੈ। ਸੈਕਿੰਡ ਆ ਗਿਆ ਲਾਈਫ ਸਾਈਕਲ। ਲਾਈਫ ਸਾਈਕਲ ਦੇ ਵਿੱਚ ਕੀ ਆਊਗਾ, ਐਗ ਤੋਂ ਲੈ ਕੇ ਅਡਲਟ ਤੱਕ ਉਹਦੀਆਂ ਜਿੰਨੀਆਂ ਵੀ ਸਟੇਜਿਸ ਨੇਗੀਆਂ, ਜਿਹੜੀਆਂ ਵੀ ਉਹ ਫੀਲਡ ਦੇ ਜਾਂ ਕਰੋਪ ਦੇ ਉੱਤੇ ਅਟੈਕ ਜਿਹੜਾ ਵੀ ਇਨਸੈਕਟ ਕਰ ਰਿਹਾ ਹੈ, ਤੁਹਾਨੂੰ ਉਹਦੀਆਂ ਸਾਰੀਆਂ ਲਾਈਫ ਸਟੇਜਿਸ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਉਹਦੀ ਐਗ ਸਟੇਜ ਕਦੋਂ ਹੋਊਗੀ, ਐਗ ਤੋਂ ਲਾਰਵਾ ਬਣਨ ਦੇ ਵਿੱਚੋਂ ਕਿੰਨਾ ਟਾਈਮ ਲਾਊਗਾ, ਅਤੇ ਉਹ ਲਾਰਵਾ ਕਿੱਥੇ ਪਿਆ ਹੋਊਗਾ, ਠੀਕ ਹੈ, ਜਾਂ ਫਿਰ ਅਡਲਟ, ਠੀਕ ਹੈ, ਇਹ ਸਭ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦੀ ਹੈ। ਕਿੰਨੀਆਂ ਨੰਬਰ ਆਫ ਜਨਰੇਸ਼ਨਸ ਨੇ, ਕਿੰਨੇ ਟਾਈਮ ਤੱਕ ਉਹ ਜਿੰਦਾ ਰਹਿ ਸਕਦਾ ਹੈਗਾ, ਇਹ ਸਭ ਕੁਝ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਹਾਨੂੰ ਇਹ ਪਤਾ ਹੋਊਗਾ ਤਾਂ ਤੁਹਾਡੀ ਕਰੋਪ ਖਰਾਬ ਹੋਣ ਤੋਂ ਬਚ ਸਕਦੀ ਹੈ। ਸੋ ਆਪਣਾ ਏਮ ਕੀ ਚੱਲ ਰਿਹਾ ਵੀ ਆਪਾਂ ਨੇ ਕੀ ਕਰਨਾ ਹੈਗਾ, ਕੰਟਰੋਲ ਕਰਨਾ ਹੈ ਪੈਸਟ ਨੂੰ, ਆਪਣੀ ਕਰੋਪ ਨੂੰ ਕੀ ਕਰਨਾ ਹੈ, ਬਚਾ ਕੇ ਰੱਖਣਾ ਹੈ। ਥਰਡ ਆ ਗਿਆ ਆਪਣੇ ਕੋਲੇ ਹੈਬਿਟਸ। ਹੈਬਿਟਸ ਦੇ ਵਿੱਚ ਤੁਹਾਨੂੰ ਪੈਸਟ ਦੀਆਂ ਇੰਪੋਰਟੈਂਟ ਫੀਚਰਸ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਵੀ ਉਹ ਮੇਨਲੀ ਕੀ ਫੀਡ ਕਰਦਾ ਹੈ, ਪਲਾਂਟ ਦੇ ਕਿਹੜੇ ਪਾਰਟ 'ਤੇ ਉਹ ਇੰਜਰੀ ਕਰਦਾ ਹੈ, ਉਹਦਾ ਮੋਡ ਆਫ ਫੀਡ ਕੀ ਹੈ, ਕਿਹੜੇ ਪਲਾਂਟ ਦੇ ਪਾਰਟ ਉੱਤੇ ਉਹਨੇ ਅਟੈਕ ਕਰਨਾ ਹੈ, ਅਤੇ ਕਿਹੜਾ ਉਹਨੇ ਕੁਝ ਖਾਣਾ ਹੈਗਾ, ਬੋਰ ਕਰ ਰਿਹਾ ਪਲਾਂਟ ਦੇ ਵਿੱਚ ਜਾਂ ਫਿਰ ਕੀ ਕਰ ਰਿਹਾ, ਉਹਦੇ ਉੱਪਰ ਹੀ ਘੁੰਮ ਰਿਹਾ ਹੈ, ਜਾਂ ਫਿਰ ਬੋਰਿੰਗ ਕਰ ਰਿਹਾ ਉਹਦੀ ਸਟੈਮ ਦੇ ਅੰਦਰ, ਜਾਂ ਫਿਰ ਉਹਦਾ ਲੀਫ ਹੋਪਰ ਹੈ ਜਿਹੜਾ ਉਹਨੂੰ ਕੀ ਕਰ ਰਿਹਾ, ਲੀਵਸ ਨੂੰ ਖਰਾਬ ਕਰ ਰਿਹਾ ਹੈਗਾ। ਸੋ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ। ਨੈਕਸਟ ਆ ਗਿਆ ਹੋਸਟ ਰੇਂਜ। ਹੋਸਟ ਰੇਂਜ ਦੇ ਵਿੱਚ ਦੇਖੋ ਤੁਹਾਨੂੰ ਪਤਾ ਹੈ ਵੀ ਹੋਸਟ ਪਲਾਂਟ ਕੀ ਹੁੰਦਾ ਹੈ। ਹੋਸਟ ਪਲਾਂਟ ਉਹ ਪਲਾਂਟ ਹੁੰਦਾ ਹੈ ਜਿਹਦੇ ਉੱਤੇ ਇਨਸੈਕਟ ਰਹਿ ਰਿਹਾ ਹੁੰਦਾ ਹੈ, ਠੀਕ ਹੈ। ਹੁਣ ਮੰਨ ਲਓ ਤੁਸੀਂ ਇੱਕ ਖੇਤ ਦੇ ਵਿੱਚ ਕਰੋਪ ਰੋਟੇਸ਼ਨ ਕੀਤੀ ਹੋਈ ਹੈ, ਜਾਂ ਫਿਰ ਤੁਸੀਂ ਬਹੁਤ ਸਾਰੀਆਂ ਕਰੋਪਸ ਨੇ ਜਿਹੜੀਆਂ ਉਗਾਈਆਂ ਹੋਈਆਂ ਨੇਗੀਆਂ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੋ ਇਨਸੈਕਟ ਲੱਗ ਰਿਹਾ ਆਪਣੀ ਕਰੋਪ ਨੂੰ, ਉਹ ਮੋਨੋਫੇਗਸ ਹੈ ਕਿ ਸਿਰਫ ਉਹ ਇੱਕ ਪਲਾਂਟ ਦੇ ਉੱਤੇ ਫੀਡ ਕਰ ਰਿਹਾ ਹੈ, ਜਾਂ ਓਲੀਗੋਫੇਗਸ ਹੈ, ਜਾਂ ਫਿਰ ਜਿਹੜੇ ਆਪਾਂ ਨੇ ਹੋਰ ਨਾਲ ਉਹਦੀਆਂ ਸਪੀਸੀਜ਼ ਉਗਾਈਆਂ ਉਹਦੇ ਉੱਤੇ ਵੀ ਫੀਡ ਕਰ ਰਿਹਾ ਹੈ, ਜਾਂ ਪੋਲੀਫੇਗਸ ਹੈ, ਜਾਂ ਮੰਨ ਲਓ ਆਪਾਂ ਨੇ 4-5 ਸਬਜ਼ੀਆਂ ਜਾਂ ਫਿਰ ਕ੍ਰੌਪਸ ਨੇ ਜਿਹੜੀਆਂ ਉਗਾ ਰੱਖੀਆਂ ਨੇ ਉਹ ਸਾਰਿਆਂ 'ਤੇ ਫੀਡ ਕਰ ਰਿਹਾ ਹੈ। ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਉਹ ਮੋਨੋਫੇਗਸ ਹੈ, ਓਲੀਗੋਫੇਗਸ ਹੈ, ਜਾਂ ਫਿਰ ਪੋਲੀਫੇਗਸ ਹੈ। ਜੇ ਪਲਾਂਟ ਹੋਸਟ ਰੇਂਜ ਬਾਰੇ ਤੁਹਾਨੂੰ ਪਤਾ ਹੋਊਗਾ ਤਾਂ ਤੁਸੀਂ ਡਿਸਾਈਡ ਕਰ ਸਕਦੇ ਹੋ ਵੀ ਆਪਾਂ ਨੇ ਕ੍ਰੌਪ ਰੋਟੇਸ਼ਨ ਕਦੋਂ ਕਰਨੀ ਹੈ, ਤਾਂ ਕਿ ਆਪਾਂ ਪੈਸਟ ਨੂੰ ਕੀ ਕਰ ਸਕੀਏ, ਮੈਨੇਜ ਕਰ ਸਕੀਏ, ਪੈਸਟ ਨੂੰ ਆਪਾਂ ਚੈੱਕ ਕਰ ਸਕੀਏ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਨੈਚੁਰਲ ਰੈਗੂਲੇਟਿੰਗ ਫੈਕਟਰ। ਨੈਚੁਰਲ ਰੈਗੂਲੇਟਿੰਗ ਫੈਕਟਰਸ ਜਿਵੇਂ ਮੰਨ ਲਓ ਪੈਰਾਸੀਟੋਇਡਸ ਹੈ, ਪੈਰੀਡੇਟਰਸ ਨੇਗੇ, ਠੀਕ ਹੈ, ਜਾਂ ਫਿਰ ਡਿਸੀਜ਼ ਆਰਗੇਨਿਜ਼ਮਸ ਨੇ ਜਿਹੜੇ ਇਨਸੈਕਟ ਨੂੰ ਕੀ ਕਰਦੇ ਹੈਗੇ, ਡਿਸੀਜ਼ ਕੋਜ਼ ਕਰਦੇ ਆ, ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਆਂਗੇ, ਨੈਚੁਰਲੀ ਯੂਜ਼ ਕਰ ਸਕਦੇ ਹਾਂ, ਤਾਂ ਕਿ ਆਪਾਂ ਪੈਸਟ ਨੂੰ ਕੀ ਕਰ ਸਕੀਏ, ਕੰਟਰੋਲ ਕਰ ਸਕੀਏ। ਉਸ ਤੋਂ ਬਾਅਦ ਆ ਗਿਆ ਰੀਇਨਫੈਸਟੇਸ਼ਨ। ਰੀਇਨਫੈਸਟੇਸ਼ਨ ਦੇ ਵਿੱਚ ਕੀ ਹੁੰਦਾ ਹੈ ਵੀ ਕਪੈਸਿਟੀ ਦੇਖਣੀ ਆਪਾਂ ਨੇ ਉਹਦੀ, ਵੀ ਜੇ ਮੰਨ ਲਓ ਤੁਸੀਂ ਇੱਕ ਵਾਰੀ ਸਾਰੇ ਇਨਸੈਕਟ ਨੂੰ ਆਪਣੇ ਖੇਤ ਵਿੱਚੋਂ ਭਜਾਤਾ, ਠੀਕ ਹੈ, ਵੀ ਉਹ ਵਾਪਸ ਆਏਗਾ ਕਿ ਨਹੀਂ ਆਏਗਾ, ਠੀਕ ਹੈ, ਕਿਉਂਕਿ ਕੁਝ ਜਿਹੜੇ ਪੈਸਟ ਨੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਹਾਈਲੀ ਮੋਬਾਈਲ ਹੁੰਦੇ ਨੇ, ਬਹੁਤ ਤੇਜ਼ੀ ਨਾਲ ਉੱਡ ਜਾਂਦੇ ਨੇਗੇ ਅਤੇ ਦੁਬਾਰਾ ਤੋਂ ਵਾਪਸ ਆ ਜਾਂਦੇ ਹੈਗੇ, ਠੀਕ ਹੈ, ਬਟ ਕਈ ਇਹੋ ਜਿਹੇ ਹੁੰਦੇ ਨੇਗੇ ਜਿਹੜੇ ਕਿ ਬਹੁਤ ਜ਼ਿਆਦਾ ਸਲੋ ਹੁੰਦੇ ਨੇਗੇ, ਠੀਕ ਹੈ, ਇੱਕ ਵਾਰੀ ਚਲੇ ਜਾਣ ਤਾਂ ਉਹ ਵਾਪਸ ਨਹੀਂ ਆਉਂਦੇ। ਨੈਕਸਟ ਆ ਗਿਆ ਆਪਣੇ ਕੋਲੇ ਕ੍ਰੌਪ ਵੈਲਿਊ। ਕ੍ਰੌਪ ਵੈਲਿਊ ਦਾ ਮਤਲਬ ਇਹ ਹੈ ਵੀ ਜਦੋਂ ਆਪਾਂ ਉਹ ਕ੍ਰੌਪ ਨੂੰ ਵੇਚਣ ਜਾਵਾਂਗੇ ਤਾਂ ਉਸ ਤੋਂ ਆਪਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ, ਠੀਕ ਹੈ। ਜੇ ਉਸ ਤੋਂ ਆਪਾਂ ਨੂੰ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ, ਠੀਕ ਹੈ, ਤਾਂ ਆਪਾਂ ਉਸ 'ਤੇ ਜਿਹੜਾ ਕੰਟਰੋਲ ਕਰ ਰਹੇ ਹਾਂ, ਜਿਹੜੇ ਆਪਾਂ ਪੈਸਟ ਨੂੰ ਕੰਟਰੋਲ ਕਰ ਸਕਦੇ ਹਾਂ, ਠੀਕ ਹੈ, ਉਹਦੇ 'ਤੇ ਆਪਾਂ ਜ਼ਿਆਦਾ ਖਰਚ ਨਹੀਂ ਕਰਾਂਗੇ ਪੈਸਟ ਨੂੰ ਕੰਟਰੋਲ ਕਰਨ ਦੇ ਲਈ, ਠੀਕ ਹੈ। ਜੇ ਮੰਨ ਲਓ ਆਪਣੇ ਕੋਲੇ ਬਹੁਤ ਜ਼ਿਆਦਾ ਜਿਹੜੀ ਆਪਣੀ ਕ੍ਰੌਪ ਹੈ ਬਹੁਤ ਜ਼ਿਆਦਾ ਕੋਸਟਲੀ ਹੈ, ਜਿਵੇਂ ਫਰੂਟਸ ਹੋ ਗਏ, ਵੈਜੀਟੇਬਲਸ ਹੋ ਗਏ, ਜੇ ਆਪਾਂ ਨੇ ਇਹ ਉਗਾਈਆਂ ਹੋਏ ਨੇ ਬਹੁਤ ਜ਼ਿਆਦਾ, ਯਾਨੀ ਕਿ ਆਪਾਂ ਨੂੰ ਮਨੀ ਬਹੁਤ ਜ਼ਿਆਦਾ ਮਿਲਦੀ ਹੈ ਇਹਨਾਂ ਤੋਂ, ਤਾਂ ਆਪਾਂ ਉਸ 'ਤੇ ਕੀ ਕਰ ਸਕਦੇ ਹਾਂ ਕਿ ਜ਼ਿਆਦਾ ਪੈਸੇ ਲਗਾ ਕੇ ਪੈਸਟ ਕੰਟਰੋਲ ਆਪਾਂ ਕਰ ਸਕਦੇ ਹਾਂਗੇ, ਠੀਕ ਹੈ। ਇਸ ਲਈ ਇਹ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਆਪਣੀ ਕ੍ਰੌਪ ਦੀ ਵੈਲਿਊ ਹੈ ਜਿਹੜੀ ਕਿੰਨੀ ਕੁ ਹੈ। ਨੈਕਸਟ ਆ ਗਿਆ ਕੰਜ਼ਿਊਮਰ ਪ੍ਰੈਸ਼ਰ, ਵੀ ਜਿਹੜਾ ਕੰਜ਼ਿਊਮ ਕਰ ਰਿਹਾ, ਜਿਹਨੂੰ ਆਪਾਂ ਆਪਣੀ ਸਬਜ਼ੀ ਫਰੂਟ ਵੇਚਾਂਗੇ, ਠੀਕ ਹੈ, ਉਹ ਕਿੰਨੇ ਕੁ ਟਾਈਮ ਯਾਨੀ ਕਿ ਉਹਦੇ ਪ੍ਰਤੀ ਕਿੰਨੀ ਕੁ ਡਿਮਾਂਡ 'ਤੇ ਉਹ ਆਪਣੇ ਕੋਲੇ ਉਹਨੂੰ ਕੰਜ਼ਿਊਮ ਕਰ ਰਿਹਾ ਹੈਗਾ, ਕਿੰਨੀ ਕੁ ਡਿਮਾਂਡ 'ਤੇ ਉਹ ਆਪਣੇ ਕੋਲੇ ਫਰੂਟਸ ਜਾਂ ਵੈਜੀਟੇਬਲਸ ਲੈ ਰਿਹਾ ਹੈਗਾ। ਕਿਉਂਕਿ ਜੇ ਮੰਨ ਲਓ ਆਪਣੇ ਕੋਲੇ 1 ਜਾਂ 2 ਆਪਣੇ ਕੋਲੇ ਸੈਂਪਲ ਦਿਖ ਗਏ ਉਹਨੂੰ ਇਨਸੈਕਟ ਦੇ ਵੀ ਇਹ ਪਲਾਂਟ ਉੱਤੇ ਇਨਸੈਕਟ ਲੱਗਿਆ ਹੋਇਆ, ਤਾਂ ਉਹ ਆਈ ਥਿੰਕ ਉਹ ਕੀ ਕਰ ਸਕਦਾ, ਰਿਜੈਕਟ ਕਰ ਸਕਦਾ। ਇਸ ਲਈ ਕੰਜ਼ਿਊਮਰ ਪ੍ਰੈਸ਼ਰ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈਗਾ ਕੋਈ ਵੀ ਕ੍ਰੌਪ। ਨੈਕਸਟ ਆ ਗਿਆ ਸਰਵੇ ਐਂਡ ਡਿਟੈਕਸ਼ਨ। ਤੁਸੀਂ ਇੰਨਾ ਕੁਝ ਕਰ ਲਿਆ
ਉਹਨੂੰ ਪੁਜਾ ਰਹੇ ਹੋ, ਠੀਕ ਹੈ, ਟਿਲਿੰਗ ਕਰ ਰਹੇ ਹੋ, ਆਪਾਂ ਬਹੁਤ ਸਾਰੇ ਮੈਥਡ ਕਰ ਰਹੇ ਹਾਂ। ਸੋ ਆਈ ਨਹੀਂ ਹੈਗਾ ਵੀ ਇੱਕ ਵਾਰੀ ਮੈਥਡ ਕੀਤਾ ਤਾਂ ਇਨਸੈਕਟ ਭੱਜ ਗਏ ਨੂੰ। ਇਹਦੇ ਵਿੱਚ ਆਪਾਂ ਨੂੰ ਉਹਦੀ ਸਰਵੇ ਕਰਨਾ ਪੈਂਦਾ ਹੈ। ਸਰਵੇ ਮਤਲਬ ਕਿ ਆਪਾਂ ਨੂੰ ਰੈਗੂਲਰ ਮੋਨੀਟਰਿੰਗ ਕਰਨੀ ਪੈਂਦੀ ਹੈਗੀ, ਜਿਹਦੇ ਨਾਲ ਆਪਾਂ ਕੀ ਕਰ ਸਕੀਏ, ਲੋ ਲੈਵਲ ਪੈਸਟ ਇਨਫੈਕਸ਼ਨ ਕਰ ਸਕੀਏ, ਠੀਕ ਹੈ। ਇਨਫੈਸਟੇਸ਼ਨ ਹੈ ਜਿਹੜੀ ਹੁੰਦੀ ਬਹੁਤ ਲੋ ਲੈਵਲ 'ਤੇ ਹੋਵੇ ਆਪਣੇ ਕੋਲ। ਐਂਡ ਆਪਾਂ ਇੱਕ ਵਾਰੀ ਕਰੋਪ ਨੂੰ ਦੁਬਾਰ ਤੋਂ ਚੈੱਕ ਕਰ ਲਈਏ ਵੀ ਕਿੱਥੇ ਦੁਬਾਰ ਤੋਂ ਤਾਂ ਨਹੀਂ ਇਨਸੈਕਟ ਆ ਕੇ ਉਹਦੇ ਉੱਤੇ ਫੀਡ ਕਰ ਰਿਹਾ ਔਰ ਆਪਣੀ ਕਰੋਪ ਨੂੰ ਡੈਮੇਜ ਕਰ ਰਿਹਾ। ਸਿਲੈਕਸ਼ਨ ਆਫ ਮੈਨੇਜਮੈਂਟ ਆਪਸ਼ਨਸ। ਹੁਣ ਦੇਖੋ ਇਹਦੇ 'ਚ ਆਪਣੀ ਚੋਇਸ ਹੁੰਦੀ ਹੈ ਵੀ ਆਪਾਂ ਨੇ ਪੈਸਟ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈ। ਕੈਮੀਕਲੀ ਆਪਾਂ ਨੂੰ ਮੈਨੇਜ ਕਰ ਰਹੇ ਹਾਂ ਜਾਂ ਫਿਰ ਆਪਾਂ ਪੈਸਟੀਸਾਈਡ ਵਗੈਰਾ, ਇਨਸੈਕਟੀਸਾਈਡ ਵਗੈਰਾ ਯੂਜ਼ ਕਰ ਰਹੇ ਹਾਂ, ਉਹ ਆਪਾਂ ਨੂੰ ਬਹੁਤ ਜ਼ਿਆਦਾ ਕੋਸਟਲੀ ਪੈ ਜਾਂਦੇ ਹੈਗੇ, ਠੀਕ ਹੈ, ਤੇ ਟੌਕਸਿਸਿਟੀ ਪ੍ਰੋਡਿਊਸ ਕਰਦੇ। ਹਿਊਮਨਸ ਦੇ ਲਈ ਵੀ ਬੈਨੀਫੀਸ਼ੀਅਲ ਨਹੀਂ ਹੈਗੇ ਤੇ ਪਲਾਂਟਸ ਲਈ ਵੀ ਬੈਨੀਫੀਸ਼ੀਅਲ ਨਹੀਂ ਹੈਗੇ। ਇਸ ਲਈ ਆਪਾਂ ਨੂੰ ਐਗਰੋ ਇਕੋਸਿਸਟਮ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਹੜਾ ਕਿਸਾਨ ਹੈ ਉਹ ਫੁੱਲੀ ਨੌਲੇਜਡ ਹੋਣਾ ਚਾਹੀਦਾ ਹੈ ਐਗਰੋ ਇਕੋਸਿਸਟਮ ਬਾਰੇ, ਤਾਂ ਕਿ ਉਹ ਕੈਮੀਕਲੀ ਯੂਜ਼ ਕਰਨ ਦੀ ਬਜਾਏ ਨੈਚੁਰਲੀ ਮੈਥਡਸ ਦੇ ਨਾਲ ਹੀ ਇਨਸੈਕਟ ਨੂੰ ਕੀ ਕਰ ਲੇ, ਕੰਟਰੋਲ ਕਰ ਲੇ। ਨੈਕਸਟ ਟੌਪਿਕ ਆ ਗਿਆ ਆਪਣਾ ਇੰਪਲੀਮੈਂਟੇਸ਼ਨ ਫੇਸ। ਇੰਪਲੀਮੈਂਟੇਸ਼ਨ ਦਾ ਮਤਲਬ ਹੁੰਦਾ ਹੈ ਲਾਗੂ ਕਰਨਾ, ਵੀ ਆਪਾਂ ਇਹ ਰੂਲ ਕਦੋਂ ਲਾਗੂ ਕਰਨਾ ਹੈ। 2 ਮੇਨ ਫੈਕਟਰਸ ਨੇਗੇ ਜਿਹੜੇ ਬਹੁਤ ਜ਼ਰੂਰੀ ਹੈ ਇੰਪਲੀਮੈਂਟੇਸ਼ਨ ਆਫ IPM ਪ੍ਰੋਗਰਾਮਸ ਦੇ ਲਈ, ਠੀਕ ਹੈ। IPM ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ 2 ਫੈਕਟਰ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲਾ ਹੈਗਾ ਫਾਰਮਰ ਦੀ ਪਾਰਟਿਸਿਪੇਸ਼ਨ ਐਂਡ ਸੈਕਿੰਡ ਹੈਗਾ ਲਿਗੈਸਟਿਵ ਮੇਜਰਮੈਂਟਸ। ਤੋਂ ਪਹਿਲਾਂ ਗੱਲ ਕਰਾਂਗੇ ਫਾਰਮਰਸ ਪਾਰਟਿਸਿਪੇਸ਼ਨ ਬਾਰੇ। ਫਾਰਮਰ ਪਾਰਟਿਸਿਪੇਸ਼ਨ ਦੇ ਵਿੱਚ ਕੀ ਹੁੰਦਾ ਹੈ ਵੀ ਜਦੋਂ ਵੀ ਉਹ ਆਪਾਂ ਇਹ ਰੂਲ ਨੂੰ ਲਾਗੂ ਕਰਨਾ ਤਾਂ ਜਿਹੜਾ ਫਾਰਮਰ ਲੈਵਲ ਤੱਕ ਉਹਨੂੰ ਡਿਗਰੀ ਆਫ ਟ੍ਰੇਨਿੰਗ ਚਾਹੀਦੀ ਹੈ, ਐਕਸਪੀਰੀਅੰਸ ਹੋਣਾ ਚਾਹੀਦਾ ਅਤੇ ਉਹ ਸੁਚੇਤ ਹੋਣਾ ਚਾਹੀਦਾ ਆਪਣੀ ਕ੍ਰੌਪਸ ਦੇ ਪ੍ਰਤੀ ਐਂਡ ਆਪਣੇ ਇਨਸੈਕਟ ਦੇ ਪ੍ਰਤੀ, ਠੀਕ ਹੈ ਜੀ। IPM ਹੈ ਦੇਖੋ ਜਿਹੜਾ ਇੱਕ ਐਜੂਕੇਸ਼ਨਲ ਚੈਲੰਜ ਹੈ, ਇਹਨੂੰ ਆਈ ਨਹੀਂ ਹੈਗਾ ਵੀ ਆਪਾਂ ਵਿਦਾਊਟ ਟ੍ਰੇਨਿੰਗ ਆਪਾਂ IPM ਫੋਲੋ ਕਰ ਲਾਂਗੇ। ਨੋ, ਇਹਦੇ ਲਈ ਟ੍ਰੇਨਿੰਗ ਚਾਹੀਦੀ ਹੈ, ਠੀਕ ਹੈ। ਥੋੜ੍ਹਾ ਬਹੁਤਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਫਾਰਮਰ ਹੈ ਜਿਹੜਾ ਉਹਨੂੰ ਸਾਰੇ ਪ੍ਰਿੰਸੀਪਲ ਹੈ ਜਿਹੜੇ ਇਹਨੇ ਲਰਨ ਕਰਨੇ ਪੈਣਗੇ ਅਤੇ ਉਸ ਤੋਂ ਜਿਹੜੀ ਨੌਲੇਜ ਮਿਲਦੀ ਹੈ ਉਹ ਲੈਣੀ ਪਊਗੀ, ਤਾਂ ਕਿ ਉਹ ਕੀ ਕਰ ਸਕੇ, ਆਟੋਮੈਟਿਕਲੀ ਡਿਸੀਜ਼ਨ ਲੈ ਸਕੇ ਜੇ ਉਹਨੂੰ ਕੋਈ ਇਹੋ ਜਿਹੇ ਕੰਡੀਸ਼ਨਸ ਆਪਣੀ ਕ੍ਰੌਪਸ ਦੇ ਵਿੱਚ ਦਿਖਦੀਆਂ ਨੇਗੀਆਂ। ਦੇਰ ਇਜ਼ ਅ ਨੀਡ ਫॉर ਦ ਫਾਰਮਰ ਪਾਰਟਿਸਿਪੇਸ਼ਨ ਐਟ ਐਵਰੀ ਸਟੈਪ। ਹਰ ਇੱਕ ਸਟੈਪ ਦੇ ਉੱਤੇ ਫਾਰਮਰ ਦੀ ਪਾਰਟਿਸਿਪੇਸ਼ਨ ਬਹੁਤ ਜ਼ਰੂਰੀ ਹੈ। ਇੱਕ IPM ਪ੍ਰੋਗਰਾਮ ਵੀ ਚਲਾਇਆ ਗਿਆ ਜਿਹਨੂੰ ਬੋਲਿਆ ਗਿਆ ਸੀਗਾ ਫਾਰਮਰ ਫਸਟ। ਇਹਦੇ ਵਿੱਚ ਕੀ ਕੀਤਾ ਗਿਆ ਸੀਗਾ, ਯਾਨੀ ਕਿ ਇੰਡੋਨੇਸ਼ੀਆ ਦੇ ਵਿੱਚ ਚਲਾਇਆ ਗਿਆ ਸੀਗਾ। ਇਨ ਦਿਸ ਮੈਥਡ ਫਾਰਮਰਸ ਆਰ ਡਿਵਾਈਡ ਇਨਟੂ ਦ ਸਮੋਲ ਗਰੁੱਪਸ, ਠੀਕ ਹੈ ਜੀ। ਫਾਰਮਰਸ ਨੂੰ ਕੀ ਕੀਤਾ ਸੀਗਾ, ਸਮੋਲ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਸੀਗਾ ਅਤੇ ਉਹਨਾਂ ਨੂੰ ਕੀ ਕਿਹਾ ਸੀਗਾ ਵੀ ਤੁਸੀਂ ਮੋਨੀਟਰਿੰਗ ਕਰੋ ਕ੍ਰੌਪ ਦੀ। ਅਲੱਗ-ਅਲੱਗ ਫੀਲਡਸ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀਗਾ ਤਾਂ ਕਿ ਉਹ ਕੀ ਫੈਕਟਰਸ ਨੇ ਜਿਹੜੇ ਉਹਨਾਂ ਨੂੰ ਆਇਡੈਂਟੀਫਾਈ ਕਰ ਸਕਣ। ਦੈਨ ਫਿਰ ਜਿਹੜੇ ਗਰੁੱਪ ਮੈਂਬਰ ਸੀਗੇ ਉਹ ਡਿਸਾਈਡ ਕਰਦੇ ਸੀਗੇ ਵੀ ਇੱਥੇ ਕਿਹੜਾ ਐਕਸ਼ਨ ਹੈ ਜਿਹੜਾ ਲੈਣਾ ਚਾਹੀਦਾ ਹੈਗਾ। ਫਿਰ ਉਸ ਤੋਂ ਬਾਅਦ ਸਾਰੇ ਗਰੁੱਪਸ ਦੀ ਕੰਬਾਈਨ ਮੀਟਿੰਗ ਹੁੰਦੀ ਸੀਗੀ। ਉਹਦੇ 'ਚ ਜਿਹੜਾ ਇੱਕ ਗਰੁੱਪ ਹੈ ਆਪਣੀ ਪ੍ਰੈਜੈਂਟੇਸ਼ਨ ਦਿੰਦਾ ਸੀਗਾ, ਸਮਰੀ 'ਚ ਉਹ ਦੱਸਦਾ ਸੀਗਾ ਅਤੇ ਉਹ ਆਪਣੇ ਜਿਹੜੇ ਟ੍ਰੇਨਰ ਸੀਗੇ ਉਹਨਾਂ ਨੂੰ ਇਹ ਸਾਰੀ ਗੱਲ ਜੋ ਵੀ ਉਹਨੇ ਦੇਖਿਆ, ਯਾਨੀ ਕਿ ਜੋ ਵੀ ਉਹਨੇ ਵਿਜ਼ਿਟ ਕੀਤਾ ਆਪਣੇ ਫੀਲਡ ਦੇ ਵਿੱਚ, ਉਹ ਉੱਥੇ ਦੱਸਦਾ ਸੀਗਾ। ਜਦੋਂ ਸਾਰੇ ਗਰੁੱਪ ਦੇ ਮੈਂਬਰ ਆਪਣੀ ਯਾਨੀ ਕਿ ਦੱਸਦੇ ਸੀਗੇ ਜੋ ਵੀ ਉਹਨਾਂ ਨੇ ਇਕੱਠਾ ਕੀਤਾ, ਤਾਂ ਉਦੋਂ ਜਿਹੜਾ ਟ੍ਰੇਨਰ ਸੀਗਾ ਉਹ ਉਹਨਾਂ ਤੋਂ ਕੁਐਸਚਨ ਵੀ ਪੁੱਛ ਸਕਦਾ ਸੀਗਾ। ਜੇ ਉੱਥੇ ਉਹਨਾਂ ਨੂੰ ਨਹੀਂ ਪਤਾ ਸੀਗਾ ਤਾਂ ਉੱਥੇ ਉਹ ਟੈਕਨੀਕਲ ਇਨਫੋਰਮੇਸ਼ਨ ਵੀ ਦਿੰਦਾ ਸੀਗਾ। ਜੇ ਉੱਥੇ ਉਹ ਇਨਫੋਰਮੇਸ਼ਨ ਦੇਣੀ ਜ਼ਰੂਰੀ ਸੀ ਤਾਂ ਉਹ ਉਹਨੂੰ ਫਾਰਮਰ ਨੂੰ ਇਨਫੋਰਮੇਸ਼ਨ ਵੀ ਦੇ ਰਿਹਾ ਸੀਗਾ ਤਾਂ ਕਿ ਉਹ ਪੂਰੀ ਤਰ੍ਹਾਂ ਟ੍ਰੇਨ ਹੋ ਜਾਣ। ਇਹ ਸਾਰਾ ਪ੍ਰੋਸੈਸ ਚਲਾਇਆ ਗਿਆ ਤਾਂ ਕਿ ਜਿਹੜਾ ਫਾਰਮਰ ਹੈ ਉਹ ਇੰਟੀਗ੍ਰੇਟਲੀ ਕੀ ਹੋ ਜੇ, ਆਪਣੇ ਕੋਲੇ ਪ੍ਰੈਕਟਿਸ ਕਰ ਸਕੇ, ਆਪਣੇ ਸਕਿੱਲਸ ਬਾਰੇ ਨੌਲੇਜ ਲੈ ਸਕੇ ਅਤੇ ਉਹਨੂੰ ਸਾਰੀ ਓਪਰਚੁਨਿਟੀ ਮਿਲ ਸਕੇ ਤਾਂ ਕਿ ਉਹ ਆਪਣੇ ਜਦੋਂ ਵੀ ਆਪਣੀ ਫੀਲਡ ਦੇ ਵਿੱਚ ਕ੍ਰੌਪ ਲਗਾਵੇ ਤਾਂ ਉਹਨੂੰ ਕੋਈ ਦਿੱਕਤ ਨਾ ਹੋਵੇ। ਇਹਦੇ ਵਿੱਚ ਇਹਨਾਂ ਦਾ ਮੇਨ ਮਕਸਦ ਕੀ ਸੀਗਾ ਵੀ ਜਿਹੜੀ ਆਪਣੇ ਕੋਲੇ ਫ੍ਰੀਕੁਐਂਸੀ ਹੁੰਦੀ ਹੈ ਪੈਸਟੀਸਾਈਡ ਸਪਰੇਜ਼ ਨੂੰ ਯੂਜ਼ ਕਰਨ ਦੀ, ਉਹ ਘਟਾ ਦਿੱਤੀ ਜਾਵੇ ਦੈਨ ਦੈਟ ਆਫ ਨੋਨ IPM ਫਾਰਮਰਸ ਦੇ ਨਾਲੋਂ, ਠੀਕ ਹੈ। ਕਿਉਂਕਿ ਜੇ IPM ਫਾਰਮਰ ਹੈ, ਠੀਕ ਹੈ, ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਫਾਰਮਰ ਨੇ ਸਿੱਖੀ ਹੋਈ ਹੈ, ਫਿਰ ਵੀ ਉਹ ਪੈਸਟੀਸਾਈਡ ਸਪਰੇਜ਼ ਯੂਜ਼ ਕਰ ਰਿਹਾ ਹੈ ਤਾਂ ਇਹ ਵਧੀਆ ਗੱਲ ਨਹੀਂ ਹੈਗੀ, ਠੀਕ ਹੈ। ਇਸ ਲਈ ਮੇਨ ਮਕਸਦ ਕੀ ਸੀਗਾ ਵੀ ਜਿਹੜੀ ਫ੍ਰੀਕੁਐਂਸੀ ਹੈਗੀ ਪੈਸਟੀਸਾਈਡ ਸਪਰੇਜ਼ ਨੂੰ ਯੂਜ਼ ਕਰਨ ਦੀ ਉਹ ਬਹੁਤ ਘੱਟ ਹੋਣੀ ਚਾਹੀਦੀ ਹੈਗੀ। ਸਾਰੀਆਂ ਟੈਕਨੀਕਸ ਨੂੰ ਯੂਜ਼ ਕਰਕੇ ਜਿਹੜੀ ਉੱਥੇ ਯੀਲਡ ਹੈ ਉਹ ਬਹੁਤ ਜ਼ਿਆਦਾ ਆਉਣੀ ਚਾਹੀਦੀ ਹੈ ਦੈਨ ਦਾ ਨੋਨ IPM ਫਾਰਮਰਸ ਦੇ ਨਾਲੋਂ। ਸੋ ਇਹ ਸੀ ਫਾਰਮਰ ਦੀ ਪਾਰਟਿਸਿਪੇਸ਼ਨ ਵੀ ਫਾਰਮਰ ਨੂੰ
ਫੁੱਲੀ ਨੌਲੇਜ ਹੋਣੀ ਚਾਹੀਦੀ ਹੈ IPM ਬਾਰੇ। ਸੈਕਿੰਡ ਹੈਗਾ ਲੈਗੈਸਿਟਿਵ ਮੇਅਰਸ। ਦੇਖੋ ਲੈਗੈਸਿਟਿਵ ਮੇਅਰਮੈਂਟਸ ਵਿੱਚ ਕੀ ਦੱਸਿਆ ਗਿਆ ਹੈ ਵੀ IPM ਹੈ ਜਿਹੜਾ ਇਨਫੋਰਮੇਸ਼ਨ ਸਿਸਟਮ ਹੈ, ਠੀਕ ਹੈ। ਇਹਦਾ ਮੇਨ ਮਕਸਦ ਕੀ ਹੈ ਵੀ ਆਪਾਂ ਕੀ ਕਰਨਾ, ਰਿਡਿਊਸ ਪੈਸਟ ਕੰਟਰੋਲ। ਜਿਹੜੇ ਪੈਸਟੀਸਾਈਡਸ ਨੇ ਜਿਹੜੇ ਯਾਨੀ ਕਿ ਬਣਾਏ ਗਏ ਨੇ, ਠੀਕ ਹੈ, ਅਤੇ ਜਿਹੜਾ ਯੂਜ਼ਰ ਹੈ ਫਾਰਮਰ ਹੈ ਉਹਨੂੰ ਯੂਜ਼ ਕਰ ਰਿਹਾ ਕਿਉਂਕਿ ਉਹਨੂੰ ਕੁਇਕਲੀ ਬੈਨੀਫਿਟ ਮਿਲ ਜਾਂਦਾ ਹੈਗਾ, ਠੀਕ ਹੈ। ਬਟ ਉਹ ਕੀ ਕਰ ਰਿਹਾ ਹੈਗਾ, ਇਕੋਲੋਜੀਕਲੀ ਇਹ ਕੰਮ ਸਹੀ ਨਹੀਂ ਹੈਗਾ, ਠੀਕ ਹੈ। ਇਸ ਲਈ ਉਹਨੂੰ ਕੀ ਫੁੱਲ ਕੋਸਟ ਕਰਕੇ ਵੀ ਉਹ ਆਪਣੇ ਕੋਲ ਟੌਕਸੀਐਂਟ ਪ੍ਰੋਡਿਊਸ ਕਰ ਰਿਹਾ ਆਪਣੀ ਕ੍ਰੌਪਸ ਦੇ ਵਿੱਚ, ਠੀਕ ਹੈ। ਇਸ ਲਈ ਇਹ ਕੀ ਹੈ, ਸਹੀ ਨਹੀਂ ਹੈਗਾ। ਇਸ ਲਈ IPM ਹੈ ਜਿਹੜਾ ਅਪਲਾਈ ਕੀਤਾ ਗਿਆ ਤਾਂ ਕਿ IPM ਕਨੇ ਲੋਕ ਅਟਰੈਕਟ ਹੋ ਸਕਣ, ਇਕੋਨੋਮਿਕਲੀ ਜਿਹੜੀ ਵੈਲਿਊ ਹੈ ਕ੍ਰੌਪ ਦੀ ਉਹ ਵੀ ਜ਼ਿਆਦਾ ਹੋ ਸਕੇ, ਅਤੇ ਆਪਾਂ ਜਿਹੜੇ ਪੈਸਟੀਸਾਈਡਸ ਨੇ ਉਹ ਵੀ ਬਹੁਤ ਘੱਟ ਯੂਜ਼ ਕਰੀਏ, ਹਿਊਮਨ ਹੈਲਥ ਨਾਲ ਖਿਲਵਾੜ ਨਾ ਕਰੀਏ। ਦੇਖੋ IPM ਪ੍ਰੋਗਰਾਮ ਹੈ ਜਿਹੜਾ ਉਦੋਂ ਹੀ ਸਕਸੈਸਫੁਲ ਹੋ ਸਕਦਾ ਹੈਗਾ ਜਦੋਂ ਫਾਰਮਰ ਨੂੰ ਆਪਣੇ ਏਰੀਆ ਬਾਰੇ ਪਤਾ ਹੋਊਗਾ, ਜਦੋਂ ਉਹਨੂੰ ਪਤਾ ਹੋਊਗਾ ਵੀ ਮੇਰੀ ਜਿਓਗ੍ਰਾਫੀਕਲ ਕੰਡੀਸ਼ਨ ਇਸ ਸਮੇਂ ਕਿਹੜੇ ਮੌਸਮ ਦੇ ਅਕੋਰਡਿੰਗ, ਉਹਨੂੰ ਸਭ ਕੁਝ ਆਪਣੇ ਜਿਓਗ੍ਰਾਫੀਕਲ ਏਰੀਆ ਬਾਰੇ ਪਤਾ ਹੋਊਗਾ ਤਾਂ ਜਿੰਨੇ ਵੀ ਫਾਰਮਰਸ ਨੇ ਉਹ IPM ਨੂੰ ਫੋਲੋ ਕਰ ਸਕਦੇ ਨੇਗੇ। ਹੁਣ ਦੇਖੋ ਜਿਹੜੇ ਕਈ ਤਾਂ ਫਾਰਮਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ IPM ਪ੍ਰੋਗਰਾਮਸ ਨੂੰ ਅਡੋਪਟ ਕਰ ਲੈਂਦੇ ਨੇ, ਬਟ ਕੁਝ ਫਾਰਮਰ ਹੁੰਦੇ ਨੇ ਉਹਨੂੰ ਹੋਲਡ ਆਊਟ ਕਰ ਲੈਂਦੇ ਆ ਵੀ ਚਲੋ ਛੱਡੋ ਇਹਨਾਂ ਨੂੰ ਆਪਾਂ ਬਾਅਦ 'ਚ ਕਰ ਲਾਂਗੇ, ਤਾਂ ਉਹ ਫਾਰਮਰਸ ਨੂੰ ਕੀ ਬੋਲਿਆ ਜਾਂਦਾ ਹੈਗਾ, ਸਪੋਇਲਰ ਹੋਲਡ ਆਊਟਸ ਹੈ ਜਿਹੜਾ ਬੋਲਿਆ ਜਾਂਦਾ ਹੈ। ਨੈਕਸਟ ਟੌਪਿਕ ਹੈਗਾ ਫਰੇਮਵਰਕ ਆਫ IPM ਪ੍ਰੋਗਰਾਮ। ਫਰੇਮਵਰਕ ਆਫ IPM ਪ੍ਰੋਗਰਾਮ ਦੇ ਵਿੱਚ ਕੀ ਹੈ ਵੀ ਇਹਦੇ ਵਿੱਚ ਕੀ ਕਰਨਾ ਪੈਂਦਾ, ਪਹਿਲਾਂ ਆਪਾਂ ਨੂੰ ਇੱਕ ਢਾਂਚਾ ਤਿਆਰ ਕਰਨਾ ਪੈਂਦਾ ਹੈਗਾ IPM ਪ੍ਰੋਗਰਾਮ ਦੇ ਲਈ, ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦੇ 'ਚ ਗੱਲ ਆਉਂਦੀ ਹੈ ਵੀ ਜਿਹੜੀਆਂ ਫੰਡਿੰਗ ਅਥੋਰਿਟੀਜ਼ ਨੇਗੀਆਂ ਉਹਨਾਂ ਤੋਂ ਫੰਡ ਇਕੱਠਾ ਕਰਕੇ ਆਪਾਂ ਕੰਪਲੀਟਲੀ ਅਤੇ ਈਜ਼ੀਲੀ ਪੈਸਟ ਮੈਨੇਜਮੈਂਟ ਪ੍ਰੋਗਰਾਮਸ ਨੂੰ ਚਲਾ ਸਕੀਏ। ਸੈਕਿੰਡਲੀ ਆਉਂਦਾ ਹੈਗਾ ਵੀ ਆਪਣੇ ਕੋਲ ਕਨਸੈਪਚੁਅਲ ਅਤੇ ਥਿਓਰੈਟੀਕਲ ਫਰੇਮਵਰਕ ਹੈ ਜਿਹੜਾ IPM ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਜਿਹੜੀ ਅੱਜ ਦੀ ਸਿਚੁਏਸ਼ਨ ਹੈ ਇਹਦੇ ਵਿੱਚ ਜਿਹੜਾ IPM ਹੈ, IPM ਬਣਾਉਣ ਤੋਂ ਪਹਿਲਾਂ ਕੁਝ ਆਪਾਂ ਨੂੰ ਆਈਸੋਲੇਸ਼ਨ ਪਾਰਟਸ ਬਣਾਉਣੇ ਪੈਂਦੇ ਨੇ, ਜਿਵੇਂ ਫਾਰਮਰ ਸਿਸਟਮ ਹੋ ਗਿਆ, ਹੋਸਟ ਪਲਾਂਟ ਹੋ ਗਿਆ, ਨੈਚੁਰਲ ਐਨੀਮੀਜ਼ ਬਾਰੇ ਪਤਾ ਹੋਣਾ ਚਾਹੀਦਾ, ਡਿਸੀਜ਼ਨ ਮੇਕਿੰਗ ਬਿਹੇਵੀਅਰ ਪਤਾ ਹੋਣਾ ਚਾਹੀਦਾ। ਇਹ ਸਾਰਾ ਕੁਝ ਕੰਬਾਈਨ ਕਰਕੇ ਆਪਾਂ ਇੰਟੀਗ੍ਰੇਟਡ ਪ੍ਰੋਗਰਾਮ ਦੇ ਵਿੱਚ ਪਾਉਂਦੇ ਹੈਗੇ ਤਾਂ ਕਿ ਆਪਾਂ ਜਦੋਂ ਫੀਲਡ ਦੇ ਵਿੱਚ ਜਾਈਏ ਤਾਂ ਈਜ਼ੀਲੀ ਪੈਸਟ ਨੂੰ ਮੈਨੇਜ ਕਰ ਸਕੀਏ ਗਾਈਡਲਾਈਨਸ ਦੇ ਥਰੂ। ਥਰਡਲੀ ਇੰਟੀਗ੍ਰੇਟਿਵ ਲੈਵਲ ਆਫ ਰਿਸਰਚ ਦੇ ਵਿੱਚ ਕੀ ਕਿਹਾ ਗਿਆ ਹੈਗਾ ਵੀ ਆਪਾਂ ਕੀ ਕਰਾਂਗੇ, ਕੰਬੀਨੇਸ਼ਨ ਕਰਾਂਗੇ ਕੰਟਰੋਲ ਆਪਸ਼ਨਸ ਦਾ, ਠੀਕ ਹੈ। ਜਿਵੇਂ ਆਪਾਂ ਉੱਥੇ ਦੇਖਾਂਗੇ ਉਹਨਾਂ ਸਾਰਿਆਂ ਨੂੰ ਕੀ ਕਰਾਂਗੇ, ਕੰਬਾਈਨ ਕਰਾਂਗੇ, ਉਹਨਾਂ ਦੇ ਇਨਪੁਟ ਨੂੰ ਕੰਬਾਈਨ ਕਰਕੇ ਫਿਰ ਉਹਦਾ ਆਪਾਂ ਡਾਟਾ ਐਨਾਲਾਈਜ਼ ਕਰਾਂਗੇ। ਡਾਟਾ ਐਨਾਲਾਈਜ਼ ਕਰਕੇ ਹੀ ਆਪਾਂ ਐਕਸਪੈਰੀਮੈਂਟ ਕਰਕੇ ਯਾਨੀ ਕਿ ਉੱਥੇ ਡਾਟਾ ਐਨਾਲਾਈਜ਼ ਕਰਕੇ ਆਪਾਂ ਇੰਟਰੈਕਸ਼ਨਸ ਨੇ ਜਿਹੜੇ ਵੇਰੀਅਸ ਟ੍ਰੀਟਮੈਂਟ ਦੇ ਨਾਲ ਕਰਾਵਾਂਗੇ ਤਾਂ ਕਿ ਅੰਡਰ ਦਾ ਟੈਸਟ ਹੋ ਸਕੇ, ਅਤੇ ਜਿਹੜਾ ਕੰਬੀਨੇਸ਼ਨ ਹੈ ਜਿਹਦੇ ਕਰਕੇ ਆਪਣੇ ਕੋਲ ਜਿਹੜੀ ਯੀਲਡ ਹੈ ਉਹ ਆਪਾਂ ਨੂੰ ਹਾਈਲੀ ਮਿਲੇ, ਬਹੁਤ ਜ਼ਿਆਦਾ ਯੀਲਡ ਆਪਾਂ ਪ੍ਰੋਡਿਊਸ ਕਰ ਸਕੀਏ। ਫੋਰਥਲੀ ਆਪਣੇ ਕੋਲ ਇੰਟੀਗ੍ਰੇਸ਼ਨ ਇਜ਼ ਰਿਕੁਆਇਰਡ ਐਟ ਦਾ ਲੈਵਲ ਆਫ ਆਰਗੇਨਾਈਜੇਸ਼ਨਲ ਬਿਹੇਵੀਅਰ, ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਇਹਦੇ 'ਚ ਕੀ ਹੋਣਾ ਚਾਹੀਦਾ ਹੈਗਾ, ਫੰਡਾਮੈਂਟਲੀ ਟੂ ਗੁੱਡ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿ ਤਾਂ ਕਿ ਉਹਨੂੰ ਮੋਟੀਵੇਟ ਕੀਤਾ ਜਾ ਸਕੇ, ਇਨੋਵੇਟ ਮੋਰਲੀ ਅਤੇ ਡਿਸੀਜ਼ਨ ਮੇਕਿੰਗ ਹੈ ਜਿਹੜਾ ਬਣਾਇਆ ਜਾ ਸਕੇ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਣਾ। ਸੋ ਥੈਂਕ ਯੂ।